Hello दोस्तों, welcome to Siddhi Punjab. So today in this video we are going to discuss the current affairs from your 5th December to 11th December. ਜਿਹੜੇ ਵੀ ਇਸ ਵੀਕ ਦੇ ਇੰਪੋਰਟੈਂਟ ਕਰੰਟ ਅਫੇਅਰਸ ਆ ਉਹ ਮੈਂ ਇੱਥੇ ਡਿਸਕਸ ਕਰਾਂਗੀ. ਸੋ ਸੇ ਕਨੈਕਟਡ ਤੇ ਬਾਕੀ ਜਿਹੜੇ ਵੀ ਬੱਚੇ ਬਿਗਨਰਸ ਨੇ ਕੋਰਸਸ ਵਗੈਰਾ ਤੁਸੀਂ ਲਗਾਉਣਾ ਚਾਹੁੰਦੇ ਹੋ ਜਸਟ ਕੰਟੈਕਟ ਅਸ ਔਨ ਦਿਸ ਨੰਬਰ. ਤੁਹਾਡੀ ਕੁਐਰੀਜ਼ ਲਈ ਪੀਸੀਐਸ ਰਿਲੇਟਡ ਪ੍ਰੈਪਰੇਸ਼ਨ ਲਈ ਦਿਸ ਇਜ਼ ਆਰ ਨੰਬਰ ਵੇਅਰ ਯੂ ਕੈਨ ਕੰਟੈਕਟ. Right, my name is Nigda Singla. I am Punjab PCS rank 19 or currently I am running this initiative of Siddhi Punjab to help students in clearing the Punjab PCS and UPSC examination. You can contact me on this number for any doubts and queries that you have related to this examination. ठीक है जी, let's check the टॉपिक्स. सो ये कुछ टॉपिक्स है ਜਿਹੜੇ ਆਪਾਂ ਡਿਸਕਸ ਕਰਨ ਵਾਲੇ ਹਾਂ. ਤੁਸੀਂ ਪੌਜ਼ ਕਰਕੇ ਚੈੱਕ ਕਰ ਰਹੇ ਹੋ ਕਰ ਸਕਦੇ ਹੋ. ਆਈ ਵਿਲ ਡਾਇਰੈਕਟਲੀ ਗੈਟ ਇਨਟੂ ਦ ਡਿਸਕਸ਼ਨ ਟੂ ਸੇਵ ਟਾਈਮ. ਰਾਈਟ, ਸੋ ਸਭ ਤੋਂ ਪਹਿਲਾ ਇੰਪੋਰਟੈਂਟ ਟੌਪਿਕ ਜਿਹੜਾ ਅੱਜ ਆਪਾਂ ਡਿਸਕਸ ਕਰਨਾ ਹੈ ਸਾਈਕਲੋਨ ਫਿਨਗਲ. ਰਾਈਟ, ਫਿੰਗਲ ਜਾਂ ਫਿਨਗਲ ਹਾਊਐਵਰ ਯੂ ਵਾਂਟ ਟੂ ਸਪੀਕ. ਠੀਕ ਹੈ ਜੀ. ਸੋ ਸਾਈਕਲੋਨਸ ਜਿਹੜੇ ਹੈ ਉਹ ਰਿਪੀਟਡ ਤੇ ਕਾਮਨ ਫਿਨੋਮੀਨਾ ਹੈ. ਠੀਕ ਹੈ, ਇਕੁਟੇਰੀਅਲ ਏਰੀਆ ਵਿੱਚ ਯੂ ਸੀ ਇਕੁਏਟਰਸ ਤੋਂ ਥੋੜੀ ਦੂਰ ਦੂਰ ਤੱਕ ਸਾਈਕਲੋਨਸ ਜਿਹੜੇ ਆ ਕਾਫੀ ਵਿਟਨੈਸ ਕੀਤੇ ਜਾਂਦੇ ਆ. ਐਂਡ ਇੰਡੀਆ ਇਜ਼ ਵਨ ਸੱਚ ਕੰਟਰੀ ਦੈਟ ਵਿਟਨੈਸਿਸ ਸਾਈਕਲੋਨਸ ਰਿਪੀਟਡਲੀ. ਰਾਈਟ, ਨਾਓ ਇਹ ਜਿਹੜਾ ਸਾਈਕਲੋਨ ਫਿਨਗਲ ਹੈ ਇਹ ਕਿਸ ਲਈ ਫੇਮਸ ਹੋਇਆ? ਬਿਕੋਜ਼ ਦੇਖੋ ਯੂਜੂਅਲੀ ਜਿਹੜੇ ਇੰਡੀਆ 'ਚ ਸਾਈਕਲੋਨਸ ਆਉਂਦੇ ਹੈ ਦੇ ਸਟ੍ਰਾਈਕ ਦੀ ਕੋਸਟ ਆਫ ਓਡੀਸਾ ਟਕਰਾ ਕੇ ਦੈਨ ਦੇ ਮੂਵ ਟੂਵਰਡਸ ਦ ਈਸਟਰਨ ਡਾਇਰੈਕਸ਼ਨ. ਠੀਕ ਹੈ, ਇਸ ਤਰੀਕੇ ਨਾਲ ਕਰਵੇਚਰ ਕਰਦੇ ਆ ਯੂਜੂਅਲੀ. ਜਿਹੜਾ ਇਹ ਫਿਨਗਲ ਸੀ ਇਹ ਥੋੜਾ ਸਦਰਨ ਏਰੀਆ 'ਚ ਆਇਆ. ਯੂਜੂਅਲੀ ਅਗਰ ਤੁਸੀਂ ਦੇਖੋ ਸਾਈਕਲੋਨਸ ਜਿਹੜੇ ਇਕੁਏਟਰ ਤੋਂ 8 ਤੋਂ 10 ਡਿਗਰੀ ਨਾਰਥ ਦੇ ਇਲਾਕੇ 'ਚ ਆਉਂਦੇ, ਇਕੁਏਟਰ ਦੇ ਜ਼ਿਆਦਾ ਕੋਲੇ ਨਹੀਂ ਆਉਂਦੇ. ਵਾਈ? ਇਫ ਯੂ ਹੈਵ ਰੈਡ ਦ ਬੇਸਿਕਸ ਯੂ ਕੈਨ ਆਨਸਰ ਦਿਸ ਇਨ ਦ ਕਮੈਂਟ ਬਾਕਸ ਕਿ ਇਕੁਏਟਰ ਦੇ ਨੇੜੇ ਕਿਉਂ ਸਾਈਕਲੋਨਸ ਜਿਹੜੇ ਡਿਵੈਲਪ ਨਹੀਂ ਹੋ ਸਕਦੇ, ਉਹ ਥੋੜਾ ਡਿਸਟੈਂਸ ਤੇ ਹੁੰਦੇ ਹੈ. ਰਾਈਟ, ਸੋ ਇੱਥੇ ਦੇਖੋ ਇਹ ਫਿਨਗਲ ਜਿਹੜਾ ਹੈ ਕਾਫੀ ਸਦਰਨ ਸਾਈਡ ਤੇ ਆਇਆ ਇੰਡੀਆ ਦੀ. ਅਗਰ ਤੁਸੀਂ ਚੈੱਕ ਕਰੋ ਤਾਮਿਲਨਾਡੂ ਪੁਡੂਚੇਰੀ ਜਿਹੇ ਜਿਹੇ ਏਰੀਆਜ਼ ਨੂੰ ਇਹਨੇ ਇੰਪੈਕਟ ਕੀਤਾ ਹੈ. ਰਾਈਟ, ਸੋ ਇਹ ਤਾਂ ਜਿਓਗ੍ਰਾਫਿਕ ਦਾ ਹੋ ਗਿਆ ਕਿ ਇਹ ਥੋੜਾ ਜਿਹਾ ਅਨਯੂਜੂਅਲ ਫਿਨੋਮੀਨਾ ਇਹ ਨਹੀਂ ਹੈ ਕਿ ਉੱਥੇ ਆਉਂਦੇ ਹੀ ਨਹੀਂ ਹੈ. ਦੇਰ ਬਟ ਵੈਰੀ ਲਿਮਿਟਡ ਅਮਾਊਂਟ ਆਰ ਸੀਨ ਕੰਪੈਰੇਟਿਵਲੀ ਓਡੀਸਾ ਐਂਡ ਅਦਰ ਸਟੇਟਸ. ਆਂਧਰਾ ਇਹ ਜੀ ਸਟੇਟਸ ਜਿਹੜੀਆਂ ਜ਼ਿਆਦਾ ਸਾਈਕਲੋਨਸ ਵਿਟਨੈਸ ਕਰਦੀਆਂ ਹੈ. ਯੂ ਟੈਲ ਮੀ ਦਾ ਰੀਜ਼ਨ ਕਿ ਇਹ ਇਕੁਏਟਰ ਦੇ ਕੋਲੇ ਕਿਉਂ ਨਹੀਂ ਬਣਦੇ ਨੇ? ਵਾਈ ਡੂ ਦੇ ਨੀਡ ਡਿਸਟੈਂਸ? ਠੀਕ ਹੈ, ਦੈਟ ਇਜ਼ ਦੀ ਵਨ ਥਿੰਗ. ਸੈਕੰਡ ਥਿੰਗ ਇਜ਼ ਦੈਟ ਕਿਉਂਕਿ ਹੁਣ ਇਹ ਸਾਈਕਲੋਨ ਆਏ ਤਾਮਿਲਨਾਡੂ ਤੇ ਪੁਡੂਚੇਰੀ ਇਹ ਜੇ ਦੋ ਇਲਾਕੇ ਨੇ ਜਿੱਥੇ ਬਹੁਤ ਜ਼ਿਆਦਾ ਇੰਟੈਂਸਿਵ ਡਿਸਟਰਕਸ਼ਨ ਹੋਈ ਬਿਕੋਜ਼ ਆਫ ਦਿਸ ਸਾਈਕਲੋਨ. ਮੈਨੀ ਆਫ ਦੀ ਲਾਈਫਸ ਵਰ ਲੋਸਟ, ਮੈਨੀ ਫੈਮਲੀਜ਼ ਦੇ ਗੈਟ ਡਿਸਪਲੇਸਡ. ਫਾਰਮਲੈਂਡ ਜਿਹੜੀ ਹੈ ਉਹ ਪਾਣੀ ਵਿੱਚ ਡੁੱਬ ਜਾਂਦੀ ਹੈ, ਲਾਈਵ ਸਟਾਕ ਡੁੱਬ ਜਾਂਦਾ ਹੈ, ਇਨਫਰਾਸਟ੍ਰਕਚਰ ਗੈਟਸ ਡਿਸਟਰੋਇਡ, ਸਕੂਲਸ ਕਾਲਜਸ ਬਿਜ਼ਨਸਿਸ ਕਾਫੀ ਟਾਈਮਲੀ ਬੰਦ ਹੋ ਜਾਂਦੇ ਹੈ. all of these impacts have been witnessed by these two areas. ਠੀਕ ਹੈ, ਸੋ ਦੈਟ ਇਜ਼ ਵਾਈ ਨਾਓ ਦੀ ਸਟੇਟਸ ਆਰ ਡਿਮਾਂਡਿੰਗ ਕਿ ਬਈ ਸੈਂਟਰਲ ਗਵਰਨਮੈਂਟ ਨੂੰ ਹੈਲਪ ਕਰਨੀ ਚਾਹੀਦੀ ਹੈ. ਤਾਮਿਲਨਾਡੂਜ਼ ਸੀਐਮ ਇਜ਼ ਡਿਮਾਂਡਿੰਗ 2000 ਕਰੋੜ ਐਜ਼ ਰਿਲੀਫ ਫਰੋਮ ਦੀ ਸੈਂਟਰ ਐਂਡ ਪੁਡੂਚੇਰੀ ਇਜ਼ ਡਿਮਾਂਡਿੰਗ 210 ਕਰੋੜਸ. ਰਾਈਟ, ਸੋ ਇਹ ਬੇਸਿਕ ਨਿਊਜ਼ ਆਈਟਮ ਹੈ. ਰਾਈਟ, ਬਟ ਇਸ਼ੂ ਕਿਆ ਹੈ ਕਿ ਬਈ ਹੁਣ ਆਰਟੀਕਲ 'ਚ ਡਿਸਕਸ ਕਿਆ ਹੋ ਰਿਹਾ ਕਿ ਇਹ ਜੇ ਸਾਈਕਲੋਨਸ ਰੇਨਫਾਲਸ ਦੇ ਫਿਨੋਮੀਨਾ ਦੇ ਆਰ ਗੋਇੰਗ ਟੂ ਇਨਕਰੀਜ਼ ਵਿਦ ਦੀ ਕਲਾਈਮੇਟ ਚੇਂਜ. ਵਾਟ ਵੀ ਨੀਡ ਇਜ਼ ਨਾਟ ਜਸਟ ਰਿਲੀਫ ਮੈਜਰਸ. ਇਹਨਾਂ ਸਟੇਟਸ ਨੂੰ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਹੈ ਐਂਡ ਦੇ ਨੀਡ ਟੂ ਟੇਕ ਸਰਟਨ ਸਟੈਪਸ. ਸਰਟਨ ਸਟੈਪਸ ਕਿਆ ਹੈ ਕਿ ਇਹ ਜੇ ਇਵੈਂਟ ਦੁਬਾਰਾ ਆਉਣਗੇ ਤਾਂ ਬੀ ਪ੍ਰੀਪੇਅਰਡ ਫॉर these events. Long term planning and preparedness is needed for such events that may arrive in future also. ਠੀਕ ਹੈ, ਸੈਕਿੰਡ ਬੰਡਸ ਵਗੈਰਾ ਯੂਜ਼ ਕਰਨੇ ਚਾਹੀਦੇ ਆ. ਜਿਵੇਂ ਆਪਣੀ ਕੋਸਟ ਲਾਈਨ ਹੈ, ਈਜ਼ੀਲੀ ਵਾਟਰ ਜਿਹੜਾ ਆ ਸਕਦਾ ਇਵਨ ਇਫ ਜਿਵੇਂ ਕਹਿ ਰਿਹਾ ਸੀ ਵਾਟਰ ਮੈਲਟਿੰਗ ਹੋ ਰਹੀ ਹੈ, ਹੈਵੀ ਰੇਨਫਾਲ ਹੁੰਦੀ ਹੈ, ਸਾਈਕਲੋਨਸ ਹੁੰਦੇ ਆ ਤਾਂ ਕਾਫੀ ਪਾਣੀ ਜਿਹੜਾ ਅੰਦਰ ਤੱਕ ਆ ਸਕਦਾ ਹੈ, ਲੋਕਾਂ ਨੂੰ ਡੈਮੇਜ ਕਰ ਸਕਦਾ ਹੈ. ਸੋ ਇਹਦਾ ਤਰੀਕਾ ਕਿਆ ਹੈ? ਬੰਡਿੰਗ ਕੀਤੀ ਜਾਵੇ ਇਸ ਜਗ੍ਹਾ ਤੇ. ਮੈਨਗਰੂਵਸ ਤੁਸੀਂ ਕਹਿ ਸਕਦੇ ਹੋ ਕਿ ਗਰੋ ਕੀਤੇ ਜਾਣੇ. ਆਲ ਆਫ ਥੀਸ ਐਕਟ ਐਜ਼ ਸ਼ੀਲਡਸ. ਠੀਕ ਹੈ, ਦੀਵਾਰ ਦੀ ਤਰ੍ਹਾਂ ਐਕਟ ਕਰਦੇ ਨੇ. ਨੈਚੁਰਲ ਵਾਲਸ ਕ੍ਰੀਏਟ ਕੀਤੀਆਂ ਜਾਣ, ਗ੍ਰੀਨ ਵਾਲਸ ਕ੍ਰੀਏਟ ਕੀਤੀਆਂ ਜਾਣ. ਦੇਅਰ ਵੀ ਸ਼ੁੱਡ ਫੋਕਸ. ਠੀਕ ਹੈ, ਜਿਹੜੇ ਨਾਲੇ ਵਗੈਰਾ ਹੈ ਉਹ ਇਸ ਸੀਜ਼ਨ ਤੋਂ ਪਹਿਲਾਂ ਹੀ ਕਲੀਅਰ ਕੀਤੇ ਜਾਣੇ ਚਾਹੀਦੇ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਹੈਵੀ ਰੇਨਫਾਲ ਸਾਈਕਲੋਨਸ ਥੀਸ ਕੈਨ ਕਾਜ਼ ਕਲੌਗਿੰਗ ਇਨ ਦੀ ਸਿਟੀਜ਼. ਉਹਦਾ ਵੇ ਆਊਟ ਕਿਆ ਹੈ? ਜਿਹੜੇ ਨਾਲੇ ਵਗੈਰਾ ਅਗਰ ਆਪਾਂ ਸਾਫ਼ ਰੱਖੀਏ ਪਾਣੀ ਤੁਰੰਤ ਹੀ ਨਿਕਲਦਾ ਰਹਿੰਦਾ ਹੈ. Right, so desiltation is required of the water bodies that can carry the rainfall wala water also. Right, further check encroachments. ਬਹੁਤ ਸਾਰੇ ਐਜੀ ਰਿਵਰ ਬੋਡੀਜ਼ ਹੈ ਜਿਨ੍ਹਾਂ ਦੇ ਉੱਤੇ ਇਲੀਗਲ ਕੰਸਟਰਕਸ਼ਨਸ ਹੋਈਆਂ ਹੈ.
ਇੰਨਾ ਕਰਕੇ ਹੀ ਬਹੁਤ ਜ਼ਿਆਦਾ ਫਲੱਡਿੰਗ ਵੀ ਹੋ ਜਾਂਦੀ ਹੈ ਅਗਰ ਨਾਰਮਲ ਰੇਨਫਾਲ ਵੀ ਹੋਵੇ। ਸੋ ਇਹ ਜੀ ਇਨਕਰੋਚਮੈਂਟਸ ਨੂੰ ਵੀ ਚੈੱਕ ਕਰਨਾ ਇਹਨਾਂ ਸਿਟੀਜ਼ ਇਹਨਾਂ ਸਟੇਟਸ ਦਾ ਰੋਲ ਹੈ, ਰਾਈਟ। ਸੋ ਥੀਸ ਆਰ ਦ ਲੌਂਗ ਟਰਮ ਸਟੈਪਸ ਦੈਟ ਯੂ ਕੈਨ ਪ੍ਰੈਜ਼ੈਂਟ। ਅਗਰ ਆਪ ਨੂੰ ਕੁਐਸਚਨ ਆਉਂਦਾ ਹੈ ਕਿ rainfall events in such southern peninsula of India is increasing, what can be done? These are few steps that you can recommend। ठीक है, सो ये याद रखना, साइक्लोन्स इज अ वेरी इंपॉर्टेंट टॉपिक। ऑलरेडी पीसीएस ने काफी बार साइक्लोन ते सवाल पूछ लिया है, टॉकिंग अबाउट द मेन्स जोग्राफी पेपर, अगेन दे कैन आस्क। ठीक है, सो इनू ध्यान नाल पढ़ो, ਇਹਦੀ एग्जाम्पल भी तुसी लिख सकते हो, राइट। अगे ਵਧਣ ਤੋਂ ਪਹਿਲਾਂ ਉਹੀ ਮੈਂ ਦੱਸਣਾ ਚਾਹਨੀ ਹਾਂ that we are running various courses for PCS preparation। ਸਾਡਾ ਫਾਊਂਡੇਸ਼ਨ ਬੈਚ ਵੀ ਹੁਣੀ ਸਟਾਰਟ ਹੋਇਆ ਹੈ, ਇਕੋਨੋਮੀ ਦੇ ਬੇਸਿਕ ਸਬਜੈਕਟ ਨਾਲ we have started। You can join our GS batch for that। If you are a complete beginner, this batch will help you clear entire basics of your exam। ਅਗਰ ਤੁਸੀਂ ਥੋੜੀ ਬਹੁਤ preparation ਕਰ ਚੁੱਕੇ ਹੋ and now you are on the advanced stage, then take the test series, practice ਕਰੋ, ਦੇਖੋ ਕਿ ਬਈ ਕਿੰਨਾ ਆਉਂਦਾ ਹੈ। ਹਜੇ ਤੱਕ ਪੜ੍ਹ ਰਹੇ ਹੋ ਬਟ ਕੁਝ ਦਿਮਾਗ 'ਚ ਵੀ ਹੈ, ਪੇਪਰ 'ਚ ਟਰਾਂਸਲੇਟ ਹੋਏਗਾ ਕਿ ਨਹੀਂ, ਉਹਦੇ ਲਈ ਆਪਦੇ ਆਪ ਨੂੰ ਟੈਸਟ ਕਰਨਾ ਬਹੁਤ ਜ਼ਰੂਰੀ ਹੈ। ਵੀ ਹੈਵ ਪ੍ਰੀਲਿਮਸ ਮੇਨਸ all test series available, just connect with us, right। now second news item ਹੈ ਕਾਸਟ ਸੈਂਸਸ ਦੇ ਬਾਰੇ। ਕਾਸਟ ਸੈਂਸਸ ਇਜ਼ ਸੋ ਮਚ ਇਨ ਨਿਊਜ਼, ਕੁਐਸਚਨਸ ਤੁਹਾਡੇ ਤੋਂ ਆ ਸਕਦਾ ਹੈ। ਥੋੜਾ ਜਿਹਾ ਅਗਰ ਆਪਾਂ ਹਿਸਟਰੀ ਦੇਖੀਏ, 1871 ਦੇ ਵਿੱਚ ਫਰਸਟ ਟਾਈਮ ਕਾਸਟ ਸੈਂਸਸ ਜਿਹੜਾ ਇੰਡੀਆ ਦੇ ਵਿੱਚ ਸਟਾਰਟ ਕੀਤਾ ਸੀ। ਐਕਚੁਅਲੀ ਬ੍ਰਿਟਿਸ਼ ਨੇ ਹੀ ਸਟਾਰਟ ਕੀਤਾ ਸੀ, ਡਿਵਾਈਡ ਐਂਡ ਰੂਲ ਦੀ ਇਹਨਾਂ ਦੀ ਪਾਲਿਸੀ ਸੀ, ਬਟ ਐਵਰ ਰੀਜ਼ਨਿੰਗ ਦੈਟ ਦੇ ਗੇਵ ਵਾਜ਼ ਟੂ ਹੈਲਪ ਮੈਨੇਜ ਦੀ ਕਾਸਟ ਇੰਟਰਸਟ। ਠੀਕ ਹੈ, ਸੋ ਉਦੋਂ ਸਟਾਰਟ ਤਾਂ ਹੋਇਆ ਸੀਗਾ, ਫਰਸਟ ਕਾਸਟ ਸੈਂਸਸ ਵਾਜ਼ ਹੈਲਡ देयर ਐਂਡ ਆਫਟਰ ਦੈਟ ਮੈਨੀ ਆਫ ਦ ਕਾਸਟ ਸੈਂਸਸ ਹੈਵ ਬੀਨ ਹੈਲਡ। ਬਟ ਕਾਸਟ ਸੈਂਸਸ ਕੰਡਕਟ ਕਰਨ ਦੇ ਕਾਫੀ ਸਾਰੇ ਇਸ਼ੂਜ਼ ਹੈ ਜੋ ਕਿ अर्ਲੀਅਰ ਵੀ ਆਇਡੈਂਟੀਫਾਈ ਕੀਤੇ ਗਏ ਸੀ। ਜਿਵੇਂ ਇੱਥੇ ਲਿਖਿਆ ਜਾ ਰਿਹਾ ਕਿ ਆਰਬਿਟਰੀ ਸੈੱਟ ਬਣਾਤੇ ਸੀ। ਲੈਟਸ ਟੇਕ ਦੀ ਐਗਜ਼ਾਮਪਲ ਆਫ, ਜਿਵੇਂ ਕਹਿ ਰਹੇ ਨੇ ਨਾਰਥ ਵੈਸਟ ਪ੍ਰੋਵਿੰਸ ਜਿਹੜਾ ਉਸ ਟਾਈਮ ਤੇ ਐਗਜ਼ਿਸਟ ਕਰਦਾ ਸੀ, ਇਸ ਚ ਕਾਸਟ ਕਿਆ ਬਣੀਆਂ, ब्राह्मण्स, राजपूत्स, बनियाज एंड अदर कास्ट ऑफ हिंदूज। बहुत ही ज्यादा वेग है, ब्राह्मण्स, राजपूत्स, बनियाज एंड अदर कास्ट ऑफ हिंदूज, व्हाट इज दिस, राइट। सो लेट्स से कई कई जगह ते सर्वेंट्स एंड लेबरर्स भी एक कास्ट अलग तो बना दी गई सी, राइट। मद्रास जे बंगाल जे एरिया च तुसी देखो, बेगर्स, म्यूजिशियंस, कुक्स दी भी अड अड कास्ट बनाइया सी, प्रोफेशन बेस्ड कास्ट दे आर मेकिंग, राइट। सो मतलब काफी सारा मिक्सड कास्ट, आउटकास्ट, ਇਹ ਜੀ ਕਾਸਟ ਦੇ ਸੈਟਸ ਵੀ ਉਦੋਂ ਉਸ ਟਾਈਮ ਤੇ ਬਣਾਏ ਗਏ ਸੀ, ਵਿਚ ਇਜ਼ ਵੈਰੀ ਆਰਬਿਟਰੀ ਐਂਡ ਵਿਚ ਇਜ਼ ਵੈਰੀ ਵੈਰੀ ਹਾਰਮਫੁਲ ਟੂ ਇਕੁਅਲ ਦ ਆਈਡੀਆ ਆਫ ਇਕੁਐਲਿਟੀ। ਠੀਕ ਹੈ, ਸੋ ਇਹ ਇਸ਼ੂਜ਼ ਜਿਹੜੇ ਆ ਪ੍ਰੀ ਇੰਡੀਪੈਂਡੈਂਸ ਇੰਡੀਆ 'ਚ ਐਗਜ਼ਿਸਟ ਕਰਦੇ ਸੀ, ਇਸੇ ਲਈ ਉਦੋਂ ਵੀ ਐਕਸਪਰਟਸ ਨੇ ਰਿਕਮੈਂਡ ਕੀਤਾ ਕਿ ਬਈ ਕਾਸਟ ਐਕਟੀਵਿਟੀ, ਕਾਸਟ ਸੈਂਸਸ ਦੀ ਐਕਟੀਵਿਟੀ ਇਜ਼ ਨਾਟ ਵੈਰੀ healthy or even possible to be conducted in a diverse country like India। we will see कि we future च क्या कर सकते हैं, right। so now presently in the independent India, 21st century India also caste ਦਾ issue ਜਿਹੜਾ ਹੈ, caste census ਦਾ issue discuss ਹੋ ਰਿਹਾ ਹੈ। now caste census ਤਾਂ ਅਸੀਂ conduct ਕਰਾ ਦਈਏ so that ਜਿਹੜੀਆਂ backward ਜਾਂ disadvantage caste ਹੈ ਉਹਨਾਂ ਨੂੰ benefits ਦਿੱਤੇ ਜਾਣ, but caste census conduct ਕਰਨ ਦੇ ਕਾਫੀ ਸਾਰੇ challenges ਨੇ, right। ਸਭ ਤੋਂ first challenge ਹੈ ਕਿ ਬਈ ਹਰ ਕਾਸਟ ਜਿਹੜੀ ਹੈ, ਲੈਟਸ ਸੇ ਕਿ ਸੋ ਕੋਲਡ ਕੋਈ ਲੋਅਰ ਕਾਸਟ ਦਾ ਬੰਦਾ ਹੈ, ਵਾਈ ਵੁੱਡ ਹੀ ਔਰ ਸ਼ੀ ਐਕਸੈਪਟ ਕਿ ਬਈ ਮੈਂ ਲੋ ਕਾਸਟ ਦਾ ਬੰਦਾ ਹੈ ਜਾਂ ਮੈਂ ਇਸ ਫਲਾਨਾ ਧਮਕਾਨਾ ਕਾਸਟ ਦਾ ਬੰਦਾ ਹੈ। ਫॉर द मैटर दैट एवरीवन knows कि भाई let's say this X caste is known as to be the lower caste in the society, why would anyone accept to be part of that caste। ठीक है, ਤੁਸੀਂ ਕਿਸੇ ਦੇ ਘਰੇ ਜਾਓਗੇ, ਤੁਸੀਂ ਪੁੱਛੋਗੇ ਵੀ ਤੁਸੀਂ X caste ਦੇ ਮੈਂਬਰ ਹੋ, they will say no, maybe they do not want to be counted in X caste, राइट। सो फर्स्ट है कि भाई कई लोग अब दे वैसे भी दे हैव ग्रोन इन देयर लाइफ, दे डू नॉट वांट टू बी रिकॉग्नाइज्ड एज पार्ट ऑफ दैट एक्स कास्ट विच इज सो कॉल्ड लोअर कास्ट। ठीक है, सो अपवर्ड मोबिलिटी। डाउनवर्ड कास्ट मोबिलिटी क्लेम का मतलब क्या है, कई लोग मे बी उच्ची कास्ट दे है, सो कॉल्ड उच्ची कास्ट दे है, बट दे विल डिक्लेयर देमसेल्व्स एज ऑफ सम लोअर कास्ट। लेट्स से वो कहेंगे कि ਅਸੀਂ एक्स ਦਾ पार्ट है। नाउ व्हाई विल दे से, to get benefits like reservation benefits, right। ਅੱਜਕੱਲ ਹਰ ਕੋਈ ਆਪਣੇ ਚੋਂ ਵੀ ਚਾਹੁੰਦਾ ਕਿ ਆਪਾਂ ਨੂੰ ਰਿਜ਼ਰਵੇਸ਼ਨ ਦਾ ਬੈਨੀਫਿਟ ਮਿਲ ਜਾਏ, ਕਿਉਂਕਿ ਮੌਜਾਂ ਹੀ ਮੌਜਾਂ ਹੈ, ਐ ਸਮਝੋ, ਕੱਟ ਆਫ ਵੀ ਘੱਟ, ਵੈਕੈਂਸੀਜ਼ ਐਂਡ ਆਲ ਦ ਬੈਨੀਫਿਟਸ ਆਰ देयर, ਰਾਈਟ। ਸੋ ਡਾਊਨਵਰਡ ਕਾਸਟ ਮੋਬਿਲਿਟੀ ਕਲੇਮ ਕਰਕੇ ਵੀ ਜਿਹੜਾ ਕਾਸਟ ਸੈਂਸਸ ਦਾ ਡਾਟਾ ਹੈ ਉਹ ਕਾਫੀ ਡਿਸਟੋਰਟਡ ਮਿਲੇਗਾ। थर्ड है कास्ट मिसक्लासिफिकेशन। देखो हर एरिया च इंडिया दे हर कास्ट दा हर सोशल हायरार्की विच डिफरेंट स्टेचर है, राइट। लेट्स से देयर इज एक्स कास्ट जो पंजाब विच लोअर कास्ट है मे बी, बट अगर तुसी राजस्थान च जाओ उत्थे
अपर कास्ट है, राइट। कई कई जगहों ते क्या हो रहा है कि सिमिलर सिमिलर नेम्स आर देयर, एक नेम होएगा, लेट्स से एक है एक्स डैश, राइट। सो ਇੱਕ ਅਪਰ ਕਾਸਟ ਹੈ, ਇੱਕ ਲੋਅਰ ਕਾਸਟ ਹੈ, ਨਾਮ ਦੇ ਬੇਸਿਸ ਤੇ ਵੀ ਕਾਫੀ ਕਨਫਿਊਜ਼ਨ ਹੋ ਰਹੀ ਹੈ। ਲੈਟ ਮੀ ਗਿਵ ਯੂ ਰੀਅਲ ਟਾਈਮ ਐਗਜ਼ਾਮਪਲ, ਜਿਵੇਂ ਰਾਜਸਥਾਨ ਦੀ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਬਈ ਇੱਕ ਧਨਕ ਹੈ, ਧਨਕਿਆ ਹੈ, ਧਨੁਕ ਹੈ, ਠੀਕ ਹੈ, ਇਹ ਸਾਰੀ ਡਿਫਰੈਂਟ ਡਿਫਰੈਂਟ ਕਾਸਟ ਹੈ, ਇਹ ਐਸਸੀ ਹੈ। ਧੰਕਾ ਹੈ ਉਹ ਐਸਟੀ ਹੈ, ਰਾਈਟ। ਸੋ ਕਈ ਵਾਰ ਨੇਮ ਦੀ ਵਜ੍ਹਾ ਤੋਂ ਕਾਫੀ ਕਨਫਿਊਜ਼ਨ ਆਏਗੀ, ਜਿਹਦੇ ਕਰਕੇ ਕਾਸਟ ਸੈਂਸਸ 'ਚ ਕਾਫੀ ਜ਼ਿਆਦਾ ਗਲਤ ਡਾਟਾ ਕਲੈਕਸ਼ਨ ਹੋ ਸਕਦਾ ਹੈ, ਰਾਈਟ। ਆਪਾਂ ਸਾਰੇ ਡਾਟਾ ਕਲੈਕਸ਼ਨ ਦੇ ਚੈਲੰਜਸ ਦੇਖ ਰਹੇ ਹਾਂ ਇੱਥੇ ਕਾਸਟ ਸੈਂਸਸ ਦਾ ਡਾਟਾ ਕਲੈਕਟ ਕਰਨ ਦੇ, ਰਾਈਟ। ਫਾਈਨਲੀ ਕਹਿੰਦੇ ਆ ਕਿ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ, ਕਿ ਈਵਨ ਇਫ ਅਸੀਂ ਕਾਸਟ ਸੈਂਸਸ ਦਾ ਕਾਸਟ ਬੇਸਡ ਡਾਟਾ ਕਲੈਕਟ ਕਰ ਲੈਣੇ हैं, still the benefits will not be there, क्योंकि let's say they take the example of OBCs, 27% reservation है, let's say कि भी ਅਸੀਂ ਕਾਸਟ ਸੈਂਸਸ ਨਾਲ ਸਾਰਾ ਡਾਟਾ ਕਲੈਕਟ ਕਰ ਲਿਆ ਵੀ ਕੌਣ ਕੌਣ OBC ਕਾਸਟ ਦਾ ਹੈ, ਨਾਓ ਇਹਨਾਂ ਨੂੰ ਬੈਨੀਫਿਟਸ ਮਿਲਣਗੇ ਕਿਵੇਂ, ਰਾਈਟ। ਸੋ ਉਹਦਾ ਪ੍ਰੋਸੀਜਰ ਕੀ ਹੁੰਦਾ ਹੈ ਕਿ ਬਈ ਹਰ 100 ਚੋਂ 27th ਸੀਟ ਜਿਹੜੀ OBC ਦੀ ਹੋਣੀ ਚਾਹੀਦੀ ਹੈ, ਠੀਕ ਹੈ। ਇਟ ਕਮਸ ਆਊਟ ਟੂ ਬੀ ਅਰਾਊਂਡ 3.7, दैट इज राउंडेड ऑफ टू 4, यानी कि हर 100 चो चौथी सीट मिलेगी एक OBC ਦੇ ਬੰਦੇ ਨੂੰ। नाउ दे आर सेइंग कि भाई समझो कि किसी पर्टिकुलर कास्ट ग्रुप च बहुत सारी कास्ट है, लेट्स से यू नो thousands of castes are there, then the probability of that caste getting benefit will be very 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 low। सो proportional representation करके ज्यादा benefits इन्नी सारी कास्ट ਨੂੰ ਮਿਲਦੇ ਨਹੀਂ ਹੈ, then why are we focusing so much on such caste based data, right? So these are the few challenges that India is witnessing in conducting its caste census, right? These are the challenges that you can write question आ सकता है ਤੁਹਾਨੂੰ कि caste census ਦੇ benefits या issues क्या है, challenges क्या है, right? There you can write these 4 points, ਇਹਨਾਂ ਨੂੰ ਯਾਦ ਰੱਖੋ, ठीक है जी। Now 16th Finance Commission, very important body of Indian Constitution। You will tell me in the comment section कि भई ये ਕਿਹੜੇ constitution ਦੇ article ਦੇ ਵਿੱਚ constitute ਕੀਤੀ ਗਈ ਹੈ फाइनेंस कमीशन, राइट। नाउ फाइनेंस कमीशन ਦਾ ਰੋਲ ਹੈ ਸੈਂਟਰ ਸਟੇਟ ਦੇ ਵਿੱਚ ਪੈਸਾ ਡਿਸਟ੍ਰੀਬਿਊਟ ਕਰਨਾ, ਰਾਈਟ। ਜਿੰਨਾ ਵੀ ਟੈਕਸ ਸੈਂਟਰ ਕਲੈਕਟ ਕਰਦੀ ਆ ਉਸ ਚੋਂ ਬਹੁਤ ਸਾਰਾ ਪੋਰਸ਼ਨ ਇਹਨੂੰ ਸਟੇਟਸ ਨੂੰ ਦੇਣਾ ਪੈਂਦਾ ਹੈ। 15th फाइनेंस कमीशन ਤੱਕ 42% ਤੱਕ ਦੀ ਡਿਵੋਲੂਸ਼ਨ ਹੋਈ ਹੈ, ਰਾਈਟ, 41% ਆਈ ਤੱਕ, ਠੀਕ ਹੈ। ਸੋ ਨਾਓ ਸਟੇਟਸ ਡਿਮਾਂਡ ਕਰ ਰਹੀਆਂ ਹੈ ਕਿ ਬਈ ਸਾਨੂੰ ਇਹ ਡਿਵੋਲੂਸ਼ਨ ਜਿਹੜੀ ਹੈ ਇਨਕਰੀਜ਼ ਕੀਤੀ ਜਾਵੇ। 41% ਨਾਲ ਸਾਡਾ ਨੀਡਸ ਫੁਲਫਿਲ ਨਹੀਂ ਹੋ ਰਹੀਆਂ, ਵੀ ਹੈਵ ਮਚ ਲਾਰਜਰ ਨੀਡਸ, ਸੋ ਡਿਵੋਲੂਸ਼ਨ ਦੀ ਪਰਸੈਂਟੇਜ ਇਨਕਰੀਜ਼ ਕੀਤੀ ਜਾਵੇ। ਸਪੈਸ਼ਲੀ ਜਿਹੜੀਆਂ ਸਦਰਨ ਸਟੇਟਸ ਹੈ, ਮੋਰ ਡਿਵੈਲਪਡ ਸਟੇਟਸ ਹੈ, ਇਹਨਾਂ ਦੀ ਡਿਮਾਂਡ ਜ਼ਿਆਦਾ ਹੈ, right? Now what is the reason behind their demands, why they are demanding कि भाई साडा devolution increase ਕੀਤੀ ਜਾਣੀ ਚਾਹੀਦੀ ਹੈ। ਫਰਸਟ ਇਹ ਕਹਿ ਰਹੀ ਹੈ ਕਿ ਭਾਈ ਸਾਡੀ population ਦੀ median age is increasing, ਯਾਨੀ ਕਿ aged ਲੋਕ ਜ਼ਿਆਦਾ ਨੇ, working population ਜਾਂ elderly population is more। ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ consumption based tax collection low ਹੈ। let's say कि भाई ਲੈਟਸ ਸੇ ਕਿ ਇੱਕ ਸਟੇਟ ਹੈ ਜਿੱਥੇ ਕਿ ਬਹੁਤ ਸਾਰੇ ਯੂਥ ਰਹਿੰਦੇ ਆ, ਬਿਹਾਰ ਯੂਪੀ ਚ ਅਗਰ ਯੰਗ ਲੋਕ ਰਹਿ ਰਹੇ ਨੇ, ਦੇ ਵਿਲ ਬਾਈ ਮੋਰ ਫੋਨਸ, ਦੇ ਵਿਲ ਬਾਈ ਮੋਰ ਕਲੋਥਸ, ਦੇ ਵਿਲ ਬਾਈ ਮੋਰ ਐਲਕੋਹਲ ਮੇ ਬੀ, ਤਾਂ ਸਟੇਟਸ ਨੂੰ ਟੈਕਸ ਦੇ ਰੂਪ ਚ ਕਾਫੀ ਪੈਸਾ ਕਲੈਕਟ ਹੋਏਗਾ। ਬਟ ਜਿੱਥੇ ਬੁੜੇ ਲੋਕ ਰਹਿੰਦੇ ਆ ਜ਼ਿਆਦਾ, ਲੈਟਸ ਸੇ, ਜਾਂ ਮੈਚਿਓਰ ਲੋਕ ਜ਼ਿਆਦਾ ਰਹਿੰਦੇ ਨੇ, ਦੇ ਵਿਲ ਕਟ ਆਊਟ ਔਨ ਦੇਅਰ ਸਪੈਂਡਿੰਗਸ, ਠੀਕ ਹੈ। ਆਸ਼ਾਵਾਂ ਜਿਹੜੀਆਂ ਕੰਟਰੋਲ ਹੋ ਜਾਂਦੀਆਂ ਨੇ, ਇੱਛਾਵਾਂ ਕੰਟਰੋਲ ਹੋ ਜਾਂਦੀਆਂ ਹੈ, ਥਾਟ ਪ੍ਰੋਸੈਸ 'ਚ ਮੈਚਿਓਰਿਟੀ ਆ ਜਾਂਦੀ ਹੈ, ਜਿਹਦੇ ਕਰਕੇ ਇੰਨੀ ਜ਼ਿਆਦਾ ਕੰਜ਼ਿਊਮਰਿਜ਼ਮ ਉਸ ਏਜ ਤੇ ਹਾਈ ਨਹੀਂ ਹੁੰਦੀ। ਸੋ ਦੀਸ ਸਟੇਟਸ ਆਰ ਸੇਇੰਗ ਕਿ ਬਈ ਸਾਡਾ ਤਾਂ ਕੰਜ਼ੰਪਸ਼ਨ ਬੇਸਡ ਟੈਕਸ ਜਿਹੜਾ ਹੈ ਵੈਸੇ ਹੀ ਘਟ ਰਿਹਾ ਹੈ, ਸਾਡੇ ਖੁਦ ਦੇ ਰਿਸੋਰਸਿਸ ਘਟ ਰਹੇ ਹੈ, ਵੀ ਨੀਡ ਮੋਰ ਸਪੋਰਟ ਫਰੋਮ ਦੀ ਸੈਂਟਰ, ਰਾਈਟ। ਆਲਸੋ ਸੈਕੰਡਲੀ ਉਹ ਕਹਿ ਰਹੇ ਹੈ ਕਿ ਜਿਵੇਂ ਜਿਵੇਂ ਸਾਡੇ ਦੇ ਵਿੱਚ ਏਜਿੰਗ ਪੋਪੂਲੇਸ਼ਨ ਵੱਧ ਰਹੀ ਹੈ ਸਾਡੀ ਸਟੇਟਸ ਦੇ ਵਿੱਚ, ਸਾਡਾ ਐਕਸਪੈਂਡੀਚਰ ਟੂ ਟੇਕ ਕੇਅਰ ਆਫ ਦਿਸ ਏਜਿੰਗ ਪੋਪੂਲੇਸ਼ਨ ਇਜ਼ ਇਨਕਰੀਜ਼ਿੰਗ। ਫॉर दैट ਆਲਸੋ ਵੀ ਨੀਡ ਦੀ ਸਪੋਰਟ ਆਫ ਸੈਂਟਰ। ਆਈ ਹੋਪ ਯੂ ਆਰ ਅੰਡਰਸਟੈਂਡਿੰਗ। ਦੈਨ ਇਹ ਕਹਿ ਰਹੇ ਨੇ ਕਿ ਬਈ ਸਾਡੀਆਂ ਸਟੇਟਸ ਜਿਹੜੀਆਂ ਮਾਡਰਨ ਸਟੇਟਸ ਹੈ, ਮਾਡਰਨ ਸਿਟੀਜ਼ ਹੈ, ਇਹ ਮਾਡਰਨ ਸਿਟੀਜ਼ ਨੂੰ ਮੇਨਟੇਨ ਕਰਨ ਲਈ ਪੈਸਾ ਵੀ ਲੱਗਦਾ ਹੈ, ਟੂ ਕ੍ਰੀਏਟ ਰੋਡਸ, ਹਸਪੀਟਲਸ, ਸਕੂਲਸ, ਗੁੱਡ ਇਨਫਰਾਸਟਰਕਚਰ, ਆਲ ਆਫ दैट ਨੀਡਸ ਮਨੀ। ਸੋ ਅਰਬਨਾਈਜੇਸ਼ਨ ਐਕਸਪੈਂਡੀਚਰ ਵੀ ਇਹ ਕਹਿੰਦੀ ਸਾਡਾ ਇਨਕਰੀਜ਼ ਹੋ ਰਿਹਾ ਹੈ। ਵੀ ਹੈਵ ਟੂ ਮੈਨੇਜ ਆਰ ਅਰਬਨ ਸੈਂਟਰਸ। ਦੇਖੋ ਬੜੀ ਬੜੀ ਸਿਟੀਜ਼ ਲਾਈਕ हैदराबाद, बेंगलुरु, पुणे, they are located in these states itself। ਚੇन्नई ਮੈਡੀਕਲ ਹੱਬ ਹੈ। ਸੋ ਦੇ ਸੇ ਕਿ ਬਈ ਸਾਨੂੰ ਉਹਦੇ ਲਈ ਵੀ ਪੈਸਾ ਚਾਹੀਦਾ ਹੈ, ਸਟੇਟ ਸ਼ੁੱਡ ਹੈਲਪ ਅਸ, ਸੈਂਟਰ ਸ਼ੁੱਡ ਹੈਲਪ ਅਸ ਮੋਰ, ਰਾਈਟ। ਫਾਈਨਲੀ ਇਹ ਕਹਿ ਰਹੇ ਹੈ ਕਿ ਅਗਰ ਇਸੀ ਰੇਟ ਤੇ ਸਾਡੀ ਇਕੋਨੋਮੀ ਗਰੋ ਕਰੇਗੀ, ਵੀ ਵਿਲ ਬੀ ਗੈਟਿੰਗ ਟ੍ਰੈਪਡ ਇਨ ਦੀ ਮਿਡਲ ਇਨਕਮ ਫਿਨੋਮੀਨਾ।
I have discussed this phenomena in the earlier discussions. I will not go into the detail. So they say कि भाई we need government's support to innovate, to create infrastructure, to create skills so that we can grow properly. राइट सो इसीलिए स्टेट्स डिमांड कर रही हैं स्टेट्स लाइक तमिलनाडु दे आर डिमांडिंग कि भाई 50% डेवोल्यूशन सेंटर ਨੂੰ ਕਰਨੀ ਚਾਹੀਦੀ ਹੈ ਟੈਕਸਸ ਦੇ ਵਿੱਚੋਂ ਨਾਓ ਲੈਟਸ ਸੇ ਵਾਟ ਦੀ 16th ਫਾਈਨੈਂਸ ਕਮਿਸ਼ਨ ਸੇਜ਼ 16th ਫਾਈਨੈਂਸ ਕਮਿਸ਼ਨ ਦੀ ਰਿਕਮੈਂਡੇਸ਼ਨ ਤੇ ਬੇਸਿਸ ਤੇ ਹੀ ਅੱਗੇ ਵਧਾਂਗੇ ਬਟ ਥੀਸ ਆਰ ਦੀ ਪੁਆਇੰਟਸ ਜੋ ਤੁਸੀਂ ਲਿਖ ਸਕਦੇ ਹੋ ਬਹੁਤ ਹਾਈਲੀ ਲਾਈਕਲੀ ਹੈ ਕਿ ਇਸ ਟੌਪਿਕ ਤੇ ਕੁਐਸਚਨ ਆਵੇ ਬਹੁਤ ਹੀ ਹੌਟ ਟੌਪਿਕ ਹੈ ਪੋਲਿਟੀ ਦਾ 16th ਫਾਈਨੈਂਸ ਕਮਿਸ਼ਨ ਸਦਰਨ ਸਟੇਟਸ ਦੀਆਂ ਡਿਮਾਂਡਸ ਆਲ ਆਫ ਦਿਸ ਇਜ਼ ਵੈਰੀ ਇੰਪੋਰਟੈਂਟ ਨਾਓ ਨੈਕਸਟ ਹੈ ਗਲੋਬਲ ਪਲਾਸਟਿਕਸ ਟ੍ਰੀਟੀ ਰਾਈਟ ਸੋ ਦੇਖੋ ਦੁਨੀਆ 'ਚ ਬਹੁਤ ਜ਼ਿਆਦਾ ਪਲਾਸਟਿਕ ਜਨਰੇਟ ਹੋ ਰਿਹਾ ਹੈ ਉਹਨੂੰ ਮੈਨੇਜ ਕਰਨ ਲਈ ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਜਿਹੜੀ ਅਸੈਂਬਲੀ ਹੈ ਯੂਐਨ ਦੀ ਇਹ ਇੱਕ ਬਾਡੀ ਹੈ ਸਮਝ ਲਓ ਦੇ ਸਟਾਰਟਡ ਡਿਸਕਸਿੰਗ ਅਬਾਊਟ ਹਾਊ ਟੂ ਮੈਨੇਜ ਗਲੋਬਲ ਪਲਾਸਟਿਕ ਵੇਸਟ ਤਾਂ 2022 ਦੇ ਵਿੱਚ ਫਰਸਟ ਟਾਈਮ ਕੰਟਰੀਜ਼ ਦੇ ਟਾਕਡ ਕਿ ਬਈ ਅਸੀਂ ਪਲਾਸਟਿਕ ਨੂੰ ਦੁਨੀਆ 'ਚੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਰਾਈਟ ਸੋ ਇਹ ਟਾਕਸ ਉਦੋਂ ਦੀਆਂ ਚੱਲ ਰਹੀਆਂ ਹੈ ਦਿਸ ਈਅਰ 2025 ਦੇ ਵਿੱਚ ਇਹਦੀ 5th ਮੀਟਿੰਗ ਹੋ ਰਹੀ ਹੈ ਐਂਡ the meeting is happening in ਕੋਰੀਆ ਦੇ ਕਿਹੜੀ ਸਿਟੀ ਦੇ ਵਿੱਚ ਬੁਸਾਨ ਠੀਕ ਹੈ ਇਹ ਨਾਮ ਯਾਦ ਰੱਖਣੇ ਹੈ ਕਿਉਂਕਿ ਕੁਐਸਚਨਸ ਆ ਸਕਦੇ ਆ ਬਹੁਤ ਸਾਰੀ ਮੀਟਿੰਗਸ ਇਸ ਸਾਲ ਚੱਲ ਰਹੀਆਂ ਨੇ ਸਭ ਤੇ ਕੁਐਸਚਨ ਆ ਸਕਦਾ ਹੈ ਕਿ ਬਈ ਇਹ ਕਿੱਥੇ ਹੋਈ ਸੀ ਕਿਹੜੀ ਜਗ੍ਹਾ ਤੇ ਠੀਕ ਹੈ ਕੋਪ 29 ਆਪਾਂ ਪੜਿਆ ਪਹਿਲਾਂ ਹੀ ਯੂ ਟੈਲ ਮੀ ਇਨ ਦਾ ਕਮੈਂਟ ਸੈਕਸ਼ਨ ਕੋਪ 29 ਕਿੱਥੇ ਹੋਈ ਸੀ ਠੀਕ ਹੈ ਆਫ UNFCCC COP 16 ਕਿੱਥੇ ਹੋਈ ਸੀ CBD ਦੀ ਰਾਈਟ ਐਂਡ ਦਿਸ ਇਜ਼ ਦ ਥਰਡ ਵਨ ਗਲੋਬਲ ਪਲਾਸਟਿਕਸ ਟ੍ਰੀਟੀ ਠੀਕ ਹੈ ਇਵਨ G20 ਦੇ ਕੈਨ ਆਸਕ ਯੂ ਕਿ ਇਸ ਸਾਲ ਕਿਹੜੇ ਦੇਸ਼ 'ਚ ਹੋ ਰਹੀ ਹੈ these are the questions that can be asked ਇਹਨਾਂ ਤਿੰਨਾਂ ਦਾ ਆਨਸਰ ਦਿਓ ਮੈਨੂੰ ਕਮੈਂਟ ਸੈਕਸ਼ਨਸ ਦੇ ਵਿੱਚ ਠੀਕ ਹੈ ਸੋ ਨਾਓ ਡਾਟਾ ਦੇਖ ਲੈਂਦੇ ਆ ਵਾਈ ਇਜ਼ ਇਟ ਬੀਇੰਗ ਸੈਡ ਕਿ ਵੀ ਪਲਾਸਟਿਕ ਪੋਲਿਊਸ਼ਨ ਬਹੁਤ ਵੱਡਾ ਇਸ਼ੂ ਹੈ ਡਾਟਾ ਤੁਹਾਡੇ ਸਾਹਮਣੇ ਹੈ ਇਟ ਇਜ਼ ਬੀਇੰਗ ਸੈਡ ਕਿ ਬਈ 20 ਸਾਲਾਂ ਦੇ ਵਿੱਚ 1970 ਤੋਂ ਲੈ ਕੇ 90 ਤੱਕ ਟ੍ਰਿਪਲ ਕਰ ਦਿੱਤਾ ਹੈ ਆਪਾਂ ਪਲਾਸਟਿਕ ਵੇਸਟ ਜਨਰੇਸ਼ਨ ਨੂੰ ਰਾਈਟ ਕਰੰਟ ਪੇਸ ਤੇ ਅਗਰ ਆਪਾਂ ਦੇਖੀਏ 400 ਮਿਲੀਅਨ million tons of plastic waste is generated every year and ਅਗਰ ਅਸੀਂ ਇਸੇ ਪੇਸ ਤੇ ਅਨਕੰਟਰੋਲਡ ਚੱਲਦੇ ਰਹੇ ਤਾਂ 2025 ਤੱਕ 1100 ਮਿਲੀਅਨ ਟਨ we will be generating per year right and ਉਸ ਤੋਂ ਵੀ ਖਤਰਨਾਕ ਗੱਲ ਕਿਆ ਹੈ majority of this plastic waste that is just going into the landfills ਅਸੀਂ ਖੋਦ ਕੇ ਬਸ ਦੱਬੀ ਜਾਂਦੇ ਆ 85% of the plastic is in the landfills ਕਿਉਂਕਿ ਇਹਨੂੰ ਕੋਈ ਮੈਨੇਜ ਕਰਨ ਦਾ ਕੋਈ ਤਰੀਕਾ ਹੀ ਨਹੀਂ ਹੈ ਰੀਸਾਈਕਲਿੰਗ ਹੋ ਹੀ ਨਹੀਂ ਰਹੀ ਹੈ ਰਾਈਟ ਐਂਡ ਲੈਸ ਦੈਨ 10% ਇਜ਼ ਰੀਸਾਈਕਲਡ ਦੇਖੋ ਜਿੰਨਾ ਵੀ ਅਸੀਂ ਪਲਾਸਟਿਕ ਵੇਸਟ ਜਨਰੇਟ ਕਰ ਰਹੇ ਹਾਂ ਉਸ ਚੋਂ 10% ਵੀ ਅਸੀਂ ਰੀਸਾਈਕਲ ਨਹੀਂ ਕਰ ਰਹੇ ਸਾਰਾ ਦਾ ਸਾਰਾ ਇਟ ਇਜ਼ ਗੋਇੰਗ ਇਨਟੂ ਦ ਡੰਪਸ ਰਾਈਟ ਅਗਰ ਮੋਨੇਟਰੀ ਵੈਲਿਊ ਲਾਸ ਦੀ ਕੈਲਕੂਲੇਟ ਕੀਤੀ ਜਾਵੇ 80 ਤੋਂ 120 ਬਿਲੀਅਨ ਡਾਲਰ ਤੱਕ ਦਾ ਲਾਸ ਅਸੀਂ ਐਨੂਅਲੀ ਇਹਦੇ ਕਰਕੇ ਵਿਟਨੈਸ ਕਰ ਰਹੇ ਹਾਂ ਐਂਡ ਸਭ ਤੋਂ ਵੱਡਾ ਕੰਸਰਨ ਹੈ ਕਿ ਸਭ ਤੋਂ ਜ਼ਿਆਦਾ ਪਲਾਸਟਿਕ ਯੂਜ਼ ਕਿੱਥੇ ਹੋ ਰਿਹਾ ਵੇਅਰ ਸ਼ੁੱਡ ਵੀ ਟਾਰਗੇਟ ਪੈਕੇਜਿੰਗ ਇੰਡਸਟਰੀ ਇਜ਼ ਦੀ ਵਨ ਰਾਈਟ ਤੁਸੀਂ ਚਿਪਸ ਲਿਆਉਂਦੇ ਹੋ ਤੁਸੀਂ ਫੋਨਸ ਲਿਆਉਂਦੇ ਹੋ ਐਵਰੀਥਿੰਗ ਕਮਿੰਗ ਇਨ ਸਮ ਕਾਈਂਡ ਆਫ ਪਲਾਸਟਿਕ ਪੈਕੇਜਿੰਗ ਸੋ ਪੈਕੇਜਿੰਗ ਇੰਡਸਟਰੀ ਇਜ਼ ਦੀ ਕਲਪਰੇਟ ਫੂਡ ਇੰਡਸਟਰੀ ਇਜ਼ ਦੀ ਕਲਪਰੇਟ ਸੋ ਉਹਨੂੰ ਆਪਾਂ ਟਾਰਗੇਟ ਕਰਨਾ ਹੈ ਰਾਈਟ ਇਹ ਡਾਟਾ ਪੁਆਇੰਟਸ ਜਿਹੜੇ ਯਾਦ ਰੱਖੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਯੂਜ਼ਫੁਲ ਰਹਿਣਗੇ ਤੁਹਾਨੂੰ ਰਾਈਟ ਸੋ ਗਲੋਬਲ ਪਲਾਸਟਿਕ ਟ੍ਰੀਟੀ ਕਿਆ ਕਰਨਾ ਚਾਹ ਰਹੀ ਹੈ ਇਸੇ ਗਲੋਬਲ ਮੈਨਾਂਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇੰਡੀਆ ਦਾ ਸਟੈਂਡ ਕਿਆ ਹੈ ਆਈ ਹੈਵ ਆਲਰੇਡੀ ਡਿਸਕਸਡ ਇੰਡੀਆ ਸਟੈਂਡ ਵਿਦ ਯੂ ਇੰਡੀਆ ਕਿਆ ਕਹਿ ਰਿਹਾ ਹੈ ਕਿ ਬਈ ਸਾਡੀਆਂ ਖੁਦ ਦੀਆਂ ਡਿਵੈਲਪਮੈਂਟ ਨੀਡਸ ਬਹੁਤ ਹੈ ਵੀ ਸਪੋਰਟ ਦਿਸ ਬਟ ਵੀ ਨੀਡ ਹੈਲਪ ਫਰਮ ਦ ਡਿਵੈਲਪਡ ਵਰਲਡ ਨੂੰ ਟੈਕਨੋਲੋਜੀ ਫਾਈਨੈਂਸਿਸ ਟ੍ਰਾਂਸਫਰ ਕਰਨੇ ਪੈਣਗੇ ਇਫ ਦੇ ਰੀਅਲੀ ਵਾਂਟ ਟੂ ਐਂਡ ਪਲਾਸਟਿਕ ਅਸੀਂ ਐਵੇਂ ਹੀ ਪਲਾਸਟਿਕ ਯੂਜ਼ ਖਤਮ ਨਹੀਂ ਕਰ ਸਕਦੇ because alternatives are either expensive not present with us ਠੀਕ ਹੈ ਸੋ that is what they are saying ਔਰ ਇੰਡੀਆ ਕਹਿੰਦਾ ਹੈ ਕਿ ਜੋ ਵੀ ਡਿਸੀਜਨ ਹੋਏਗਾ ਇਸ ਟ੍ਰੀਟੀ ਤੇ ਉਹ ਕੰਸੈਂਸਸ ਬੇਸਡ ਹੋਣਾ ਚਾਹੀਦਾ ਹੈ ਐਵੇਂ ਨਹੀਂ ਕਿ all the big parties they are imposing their decision on us right ਇਹ ਦੋ ਮੇਨ ਸਟੈਂਡਸ ਹੈ ਇੰਡੀਆ ਦੇ ਪਲੀਜ਼ ਯਾਦ ਰੱਖਣਾ we have the right to development we can conserve our resources for development rather than on managing waste plastic waste ਠੀਕ ਹੈ I have discussed this earlier ਇसीलिए मैं डिटेल ਚ ਨਹੀਂ ਜਾ ਰਹੀ ਜ਼ਿਆਦਾ ਠੀਕ ਹੈ ਜੀ ਇੰਡੀਆ ਯੂਜ਼ਡ ਐਂਟੀਬਾਇਓਟਿਕਸ ਦਾ ਯੂਜ਼ਡ ਇਨ ਲਾਈਵ ਸਟਾਕ ਇੰਡਸਟਰੀ ਇਜ਼ ਅ ਵੈਰੀ ਵੈਰੀ ਬਿਗ ਕੰਸਰਨ ਤੁਸੀਂ ਦੁੱਧ ਪੀਂਦੇ ਹੋ ਪਨੀਰ ਖਾਂਦੇ ਹੋ ਆਲ ਆਫ ਦਿਸ ਇਜ਼ ਕਮਿੰਗ ਫਰਮ ਦਿਸ ਲਾਈਵ ਸਟਾਕ ਤੇ ਲਾਈਵ ਸਟਾਕ ਨੂੰ ਪ੍ਰੋਡਕਟਿਵ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਇੰਜੈਕਸ਼ਨਸ ਲਗਾਏ ਜਾ ਰਹੇ ਨੇ ਐਂਟੀਬਾਇਓਟਿਕਸ ਤੇ ਐਂਟੀਬਾਇਓਟਿਕਸ ਹੁਣ ਆਪਾਂ ਕਦੋਂ ਲੈਂਦੇ ਹਾਂ ਜਦੋਂ ਆਪਾਂ ਬਿਮਾਰ ਹੁੰਨੇ ਹਾਂ
ਰਾਈਟ, ਜਦੋਂ ਆਪਾਂ ਨੂੰ ਬਿਮਾਰੀ ਹੁੰਦੀ ਹੈ। ਬਟ ਅੱਜ ਕੱਲ ਲਾਈਫ ਸਟਾਕ ਇੰਡਸਟਰੀ 'ਚ ਕਿਆ ਹੋ ਰਿਹਾ ਕਿ ਇਹਨਾਂ ਨੂੰ ਪਹਿਲਾਂ ਹੀ ਕੁਝ ਹੋਵੇ ਨਾ, ਬਿਮਾਰੀ ਨਾ ਹੋਵੇ, ਕੋਈ ਇੰਪੈਕਟ ਨਾ ਆਵੇ ਇਹਨਾਂ ਦੀ ਪ੍ਰੋਡਕਟਿਵਿਟੀ ਤੇ, ਪਹਿਲਾਂ ਹੀ ਇੰਜੈਕਸ਼ਨਸ ਦਿੱਤੇ ਜਾਂਦੇ ਨੇ ਕਾਫੀ ਸਾਰੇ। ਇਹਦੇ ਕਰਕੇ ਕਿਆ ਹੋ ਰਿਹਾ ਹੈ, ਐਂਟੀਬਾਇਓਟਿਕ ਓਵਰਯੂਜ਼ ਇਜ਼ ਹੈਪਨਿੰਗ ਵਿਚ ਇਜ਼ ਕਮਿੰਗ ਡਾਊਨ ਐਜ਼ ਰੈਜ਼ੀਡਿਊ ਇਨਟੂ ਦ ਮਿਲਕ ਔਰ ਦ ਪ੍ਰੋਡਕਟਸ that are being produced or that we gain from livestock। ਤੋ ਜਿਹੜਾ ਤੁਸੀਂ ਦੁੱਧ ਪੀ ਰਹੇ ਹੋ, ਲੈਟਸ ਸੇ ਤੁਸੀਂ ਕੋਈ ਮੀਟ ਖਾ ਰਹੇ ਹੋ, ਜਿੰਨੇ ਵੀ ਡੇਰੀ ਪ੍ਰੋਡਕਟਸ ਤੁਸੀਂ ਕੰਜ਼ਿਊਮ ਕਰ ਰਹੇ ਹੋ, ਦੇ ਆਰ ਆਲਰੇਡੀ ਫਿਲਡ ਵਿਦ ਐਂਟੀਬਾਇਓਟਿਕਸ, ਰਾਈਟ। ਐਂਡ ਅਗਰ ਤੁਸੀਂ ਸਾਇੰਸ ਦੇ ਬੇਸਿਕਸ ਪੜ੍ਹੇ ਨੇ, ਯੂ ਵਿਲ ਨੋ ਕਿ ਓਵਰ ਕੰਜ਼ੰਪਸ਼ਨ ਆਫ ਅਨਰੈਗੂਲੇਟਿਡ ਕੰਜ਼ੰਪਸ਼ਨ ਆਫ ਐਂਟੀਬਾਇਓਟਿਕਸ ਰਿਜ਼ਲਟਸ ਇਨ ਐਂਟੀਬਾਇਓਟਿਕ ਰੈਜ਼ਿਸਟੈਂਸ, ਜਾਂ ਜਿਹਨੂੰ AMR ਐਂਟੀ ਮਾਈਕਰੋਬੀਅਲ ਰੈਜ਼ਿਸਟੈਂਸ ਵੀ ਆਪਾਂ ਕਹਿੰਦੇ ਹਾਂ। ਜਿਹੜੇ ਬੈਕਟੀਰੀਆ ਹੈ, ਦੇ ਆਰ ਬਿਕਮਿੰਗ ਸੁਪਰ ਪਾਵਰਫੁਲ, ਸ਼ਕਤੀਮਾਨ ਬਣ ਰਹੇ ਨੇ ਉਹ। ਜਿੰਨਾ ਤੁਸੀਂ ਜ਼ਿਆਦਾ ਉਹਨਾਂ ਨੂੰ ਦਵਾਈਆਂ ਤੋਂ ਐਕਸਪੋਜ਼ ਕਰ ਰਹੇ ਹੋ, ਦੇ ਆਰ ਬਿਲਡਿੰਗ genes, ਸਮਝ ਲਓ, they are building such characteristics to fight those ਦਵਾਈਆਂ that you are introducing them to। ਜਿੰਨਾ ਜ਼ਿਆਦਾ ਤੁਸੀਂ ਦਵਾਈਆਂ ਦੋਗੇ, ਉਨੀ immunity ਉਹ ਆਪਦੇ ਅੰਦਰ ਬਿਲਡ ਕਰ ਰਹੇ ਆ to fight these ਦਵਾਈਆਂ, right? That is what is happening here and that is the concern। ਇੰਡੀਆ 'ਚ ਅਗਰ ਤੁਸੀਂ ਨੰਬਰ ਵਾਈਜ਼ ਦੇਖੋ, 114 milligram of antibiotic is being used in every kg, has been found in every kg of meat। ठीक है, सो ये काफी कंसर्निंग डाटा है, प्लीज इन्हों लिख के रखो। एग्रीकल्चर लाइफ स्टॉक पे क्वेश्चन हाईली पॉसिबल है। एज एन एग्रीकल्चरल इशू ऑल्सो यू कैन राइट दिस पॉइंट। ठीक है जी। नेक्स्ट नवी स्कीम लॉन्च हुई है छोटी जी, बीमा सखी योजना, कैन बी आस्क्ड इन प्रीलिम्स और यू कैन यूज इट इन विमेन रिलेटेड essay और आंसर्स। सो ये क्या कह रही है कि भाई 2 लाख विमेन इंश्योरेंस एजेंट्स क्रिएट किए जाएंगे। बेसिकली विमेन स्किल डेवलपमेंट एंड इंप्लॉयमेंट ते फोकस करेगी ये स्कीम। ठीक है, सो विमेन नू 3 साल ਲਈ ट्रेन किया जाएगा ऑन, जिवें तुसी बीमा वगैरह कराने हो ना, यू यूज एजेंट्स विच एक बंदा दैट हेल्प्स यू, गाइड्स यू थ्रू द इंश्योरेंस प्रोसैस, किवें भरना है बई, क्या क्या रिक्वायरमेंट्स है, क्या क्या डॉक्यूमेंट्स चाहिए है, वो एजेंट्स जिहड़े हैं विमेन नू क्रिएट किए जाएंगे अंडर दिस सरकारी स्कीम। LIC is the company of government that will be supervising this scheme। ठीक है, so all the women between the age of 18 to 70 will be eligible for this scheme। 3 ਸਾਲ ਦਾ ਟ੍ਰੇਨਿੰਗ ਪੀਰੀਅਡ ਹੋਏਗਾ। ਟ੍ਰੇਨਿੰਗ ਦੇ ਦੌਰਾਨ ਵੀ ਉਹਨਾਂ ਨੂੰ ਸਟਾਈਪੈਂਡ ਦਿੱਤਾ ਜਾਏਗਾ। ਸੋ ਫਰਸਟ ਈਅਰ 7000, ਸੈਕੰਡ ਈਅਰ 6000 ਐਂਡ ਥਰਡ ਈਅਰ 5000 ਪਰ ਮੰਥ ਦਾ ਸਟਾਈਪੈਂਡ ਦਿੱਤਾ ਜਾਏਗਾ, ਰਾਈਟ। ਉਹ ਤੋਂ ਬਾਅਦ ਦੇ ਵਿਲ ਗੈਟ ਇੰਪਲੋਇਡ ਐਂਡ ਦੇ ਵਿਲ ਗੈਟ ਬੇਸਿਕ ਸੈਲਰੀ ਪਲੱਸ ਇਨਸੈਂਟਿਵਸ। ਜਿੰਨਾ ਜ਼ਿਆਦਾ ਉਹ ਵੇਚ ਪਾਉਂਦੇ ਨੇ, ਉਨੇ ਪਰ सेल इंसेंटिव मिलेगा, राइट। सो 2 लाख बीमा शक्ति बीमा सखी क्रिएट करने का टारगेट है ओवर द पीरियड ऑफ नेक्स्ट 3 years, राइट। सो बीमा सखी योजना, ਇਹਦਾ नाम याद रखना है, राइट। नाउ प्रीलिम्स बेस्ड कुछ आर्टिकल्स ही कैन बी आस्क्ड इन प्रीलिम्स। इंडिया 'ਚ देखो भाई वाइल्ड लाइफ डाइवर्सिटी बहुत है। सो अगर ਤੁਸੀਂ ਨੰਬਰਸ ਦੇਖੋ, ਪੂਰੀ ਦੁਨੀਆ ਦੇ ਵਿੱਚ 34 ਇਹੋ ਜਿਹੀ ਪਲੇਸਿਸ ਹੈ ਜਿਨ੍ਹਾਂ ਨੂੰ ਆਪਾਂ ਬਾਇਓਡਾਇਵਰਸਿਟੀ ਹੌਟਸਪੌਟਸ ਕਹਿੰਦੇ ਹਾਂ, ਯਾਨੀ ਕਿ ਜਿੱਥੇ ਬਹੁਤ ਜ਼ਿਆਦਾ ਰਿਚ ਬਾਇਓਡਾਇਵਰਸਿਟੀ ਹੈ। ਪੂਰੀ ਦੁਨੀਆ 'ਚ 34 ਇਹੋ ਜਿਹੇ ਹੌਟਸਪੌਟਸ ਆਈਡੈਂਟੀਫਾਈ ਕੀਤੇ ਗਏ ਨੇ। ਨਾਓ ਇਹਨਾਂ 34 ਦੇ ਵਿੱਚੋਂ 4 ਆਰ ਇਨ ਇੰਡੀਆ ਇਟਸੈਲਫ। ਨਾਲੇ ਤੇ ਤੁਹਾਨੂੰ ਕੁਐਸਚਨ ਆ ਸਕਦਾ ਹੈ, ਸੋ ਰਿਮੈਂਬਰ ਦਿਸ ਫੈਕਟਸ। 4 ਬਾਇਓਡਾਇਵਰਸਿਟੀ ਹੌਟਸਪੌਟਸ ਆਰ ਇਨ ਇੰਡੀਆ। ਉਹ ਕਿਹੜੇ ਨੇ? ਹਿਮਾਲਿਆਸ, ਇੰਡੋ ਬਰਮਾ ਰੀਜਨ, the Western Ghats, Sri Lanka and Sundaland, right? These are the 4 places, ਇਹਨਾਂ ਨੂੰ ਯਾਦ ਰੱਖਣਾ ਹੈ। Now second point to remember is critically endangered। ਇੰਡੀਆ ਦੇ ਵਿੱਚ critically endangered species ਜਿਹੜੇ ਹੈ 47 ਤੋਂ ਵੱਧ ਕੇ 73 ਹੋ ਚੁੱਕੇ ਨੇ। presently 73 critically endangered are there। critically endangered ਦਾ ਕੀ ਮਤਲਬ ਹੁੰਦਾ ਹੈ? highest level of risk that is there to any species that is there in the wild। ਠੀਕ ਹੈ, IUCN ਸਟੇਟਸ ਦਿੰਦਾ ਹੈ ਤੇ ਇੰਡੀਆ ਦੇ ਵਿੱਚ 73 ਐਜੀ ਸਪੀਸ਼ੀਜ਼ ਨੇ। ਹੁਣ ਇਹਨਾਂ 73 ਸਪੀਸ਼ੀਜ਼ ਚੋਂ 9 ਮੈਮਲਸ ਨੇ, ਰਾਈਟ। ਆਈ ਹੋਪ ਯੂ ਅੰਡਰਸਟੈਂਡ ਮੈਮਲਸ ਕਿਆ ਹੁੰਦਾ ਹੈ, ਫਿਸ਼ਿਸ ਕਿਆ ਹੁੰਦਾ ਹੈ। ਸੋ 9 ਸਪੀਸ਼ੀਜ਼ ਮੈਮਲਸ ਦੀਆਂ ਨੇ, ਰਾਈਟ। ਔਰ ਇਹਨਾਂ 9 ਮੈਮਲਸ ਚੋਂ 8 ਐਂਡੈਮਿਕ ਵੀ ਨੇ। ਐਂਡੈਮਿਕ ਦਾ ਮਤਲਬ ਕਿਆ ਹੈ? ਜੋ ਇੱਕ ਪਰਟੀਕੂਲਰ ਏਰੀਆ 'ਚ ਹੀ ਪਾਏ ਜਾਂਦੇ ਨੇ, ਠੀਕ ਹੈ। ਸੋ ਇਹ 9 ਸਪੀਸ਼ੀਜ਼ ਤੁਸੀਂ ਯਾਦ ਕਰ ਸਕਦੇ ਹੋ, ਕੁਐਸਚਨਸ ਵਗੈਰਾ ਸੋਲਵ ਕਰਨ 'ਚ ਕੰਮ ਆ ਜਾਂਦਾ ਹੈ। ਕਸ਼ਮੀਰੀ ਸਟੈਗ, ਮਾਲਾਬਾਰ ਲਾਰਜ ਸਪੌਟਡ ਸਿਵੇਟ ਐਂਡ ਅੰਡਾਮਾਨ ਸ਼ਰੂ, ਇਹ ਸਾਰੀਆਂ ਪੜ੍ਹ ਲਓ ਤੁਸੀਂ ਪੌਜ਼ ਕਰਕੇ। ਕੁਐਸਚਨਸ ਅਗਰ ਆਵੇ ਤੁਸੀਂ ਦੱਸ ਸਕਦੇ ਹੋ। ਮੈਮਲਸ ਜਿੰਨੇ ਵੀ ਲਿਖੇ ਹੋਣ, ਸਿਰਫ ਇਹ 9 ਮੈਮਲਸ ਜਿਹੜੇ ਹੈ ਦੇ ਆਰ ਕ੍ਰਿਟੀਕਲੀ ਐਂਡੇਂਜਰਡ। ਐਂਡ ਦੈਨ ਕੈਟ ਫੈਮਿਲੀ ਚੋਂ ਲਾਇਨਸ, ਟਾਈਗਰਸ, ਚੀਤਾਜ਼,
ਦੇ ਆਰ ਆਲ ਅੰਡਰ ਥ੍ਰੈਟ। ਇਹਨਾਂ ਨੂੰ ਪ੍ਰੋਟੈਕਸ਼ਨ ਕਰਨ ਲਈ ਇੰਡੀਆ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਸ ਚਲਾਏ ਜਾ ਰਹੇ ਨੇ। ਦ ਆਰਟੀਕਲ ਇਜ਼ ਸੇਇੰਗ ਕਿ ਹਜੇ ਬਹੁਤ ਸਾਰਾ ਫੋਕਸ ਚਾਹੀਦਾ ਹੈ ਸਾਨੂੰ ਅਦਰ ਸਪੀਸ਼ੀਜ਼ ਤੇ ਵੀ ਟੂ ਪ੍ਰੋਟੈਕਟ them, like great Indian bustard which is also critically endangered। ਠੀਕ ਹੈ ਜੀ। ਸੋ all of this you can remember, prelims ਤੇ ਕਈ ਵਾਰ question ਬਣ ਜਾਂਦੇ ਹੈ। now award based question can be there। so Erasmus prize ਦਿੱਤਾ ਗਿਆ ਹੈ book writing ਲਈ ਦਿੱਤਾ ਜਾਂਦਾ ਹੈ। you can see the picture here। ਠੀਕ ਹੈ, ਇਹ ਇੰਡੀਅਨ ਰਾਈਟਰ ਅਮਿਤਾਭ ਘੋਸ਼ ਨੂੰ ਮਿਲਿਆ ਹੈ। ਜਸਟ ਮੈਂ ਤੁਹਾਨੂੰ ਕਿਹਾ ਹੋਇਆ ਟੇਬਲ ਬਣਾ ਕੇ ਰੱਖੋ ਅਵਾਰਡਸ ਦਾ ਤੇ ਵਿਨਰ ਦਾ, ਉਹਦੇ ਵਿੱਚ ਇਹ ਐਡ ਕਰ ਲਓ this year ਦਾ Erasmus prize has been given to ਅਮਿਤਾਭ ਘੋਸ਼, ਰਾਈਟ। ਨੈਕਸਟ ਪ੍ਰੀਲਿਮ ਸਪੈਸਿਫਿਕ ਨਿਊਜ਼ ਆਈਟਮ ਹੈ ਇੰਡੀਆ ਰਸ਼ੀਆ। ਇੰਡੀਆ ਰਸ਼ੀਆ ਦੇ ਟਾਈਜ਼ ਵੈਸੇ ਤਾਂ ਬਹੁਤ ਅੱਛੇ ਹੈ, ਯੂ ਕੈਨ ਯੂਜ਼ ਇਟ ਇਨ ਇੰਡੀਆ ਰਸ਼ੀਆ ਟਾਈਜ਼ ਆਲਸੋ ਐਜ਼ ਐਨ ਐਗਜ਼ਾਮਪਲ, ਬਟ ਰੇਲਵੇਜ਼ ਦੇ ਸੈਕਟਰ ਚ ਨਾਓ ਦੇ ਆਰ ਕੋਲੈਬੋਰੇਟਿੰਗ। ਸੋ ਜੁਆਇੰਟ ਵੈਂਚਰ ਬਾय द नेम ਕਿਨੇਟ हैज बीन ਕ੍ਰੀਏਟਡ। ਠੀਕ ਹੈ, ਕਿਨੇਟ ਨਾਮ ਦੀ ਇੱਕ ਜੁਆਇੰਟ ਕੰਪਨੀ ਕ੍ਰੀਏਟ ਕੀਤੀ ਜਾਏਗੀ ਜਿੱਥੇ ਇੰਡੀਆ ਤੇ ਰਸ਼ੀਆ ਮਿਲ ਕੇ ਜਿਹੜੇ ਸਾਡੇ ਵੰਦੇ ਭਾਰਤ ਐਕਸਪ੍ਰੈਸ ਹੈ ਉਹਦੇ ਡੱਬੇ ਬਣਾਉਣਗੀਆਂ, ਸਲੀਪਰ ਟ੍ਰੇਨਸ ਦੇ ਡੱਬੇ ਬਣਾਏ ਜਾਣਗੇ, ਰਾਈਟ। ਸੋ ਇਹ ਯਾਦ ਰੱਖਣਾ ਹੈ, ਕਈ ਵਾਰ ਕੁਐਸਚਨ ਆ ਸਕਦਾ ਹੈ ਕਿ ਕਿਨੇਟ ਇਜ਼ ਅ ਜੁਆਇੰਟ ਵੈਂਚਰ ਆਫ ਇੰਡੀਆ ਵਿਦ ਵਿਚ ਕੰਟਰੀ, ਰਾਈਟ, ਐਵੇਂ ਕੁਐਸਚਨ ਆਏਗਾ। ਸੋ ਇਹ ਯਾਦ ਰੱਖਣਾ ਹੈ। ਨਾਓ ਪ੍ਰੋਪ 3 ਯੂਰਪ ਦੀ ਇੱਕ ਯੂ ਕੈਨ ਸੇ ਜੋ ਮਿਸ਼ਨ ਹੈ ਬਾਹਰ ਜਾਣ ਲਈ, ਜਿਹੜਾ ਕਿ ਇਜ਼ਰੋ ਨੇ ਲਾਂਚ ਕੀਤਾ ਹੈ ਆਪਦੇ PSLV ਵਹੀਕਲ ਤੇ, ਦੈਟ ਇਜ਼ ਵਾਈ ਇਟ ਇਜ਼ ਇਨ ਨਿਊਜ਼। ਸੋ ਇਹਨੂੰ ਇਸ ਲਈ ਤੁਸੀਂ ਯਾਦ ਰੱਖਣਾ ਹੈ, ਕੁਐਸਚਨ ਕੈਨ ਬੀ ਆਸਕਡ। ਨਾਓ ਇੰਦਰਾ ਗਾਂਧੀ ਪੀਸ ਪ੍ਰਾਈਜ਼, ਵੈਰੀ ਇੰਪੋਰਟੈਂਟ ਪ੍ਰਾਈਜ਼। ਇੰਡੀਆ ਜੋ ਹੈ ਇਹ ਪੀਸ ਨੂੰ ਮੇਨਟੇਨ ਕਰਨ ਲਈ, ਕੁਝ ਇੰਡੀਵਿਜੂਅਲਸ ਨੂੰ ਰਿਕਗਨਾਈਜ਼ ਕਰਨ ਲਈ ਇੰਦਰਾ ਗਾਂਧੀ ਪੀਸ ਪ੍ਰਾਈਜ਼ ਅਵਾਰਡ ਕਰਦਾ ਹੈ। ਇਸ ਸਾਲ ਦਿਸ ਹੈਜ਼ ਬੀਨ ਗਿਵਨ ਟੂ ਦੀ ਚਿਲੇ ਦੇ ਪ੍ਰੈਜ਼ੀਡੈਂਟ। ਚਿਲੇ ਆਈ ਹੋਪ ਯੂ ਨੋ ਇਜ਼ ਅ ਕੰਟਰੀ ਇਨ ਲੈਟਿਨ ਅਮਰੀਕਾ। ਉੱਥੋਂ ਦੀ ਜੋ ਪ੍ਰੈਜ਼ੀਡੈਂਟ ਹੈ ਮਿਸ਼ੇਲ ਬੈਸ਼ੇਲ, ਉਹਨਾਂ ਨੂੰ ਦਿੱਤੀ ਗਈ ਹੈ ਫॉर ਹਰ ਐਡਵੋਕੇਸੀ ਆਫ ਹਿਊਮਨ ਰਾਈਟਸ, ਪੀਸ ਐਂਡ ਇਕੁਐਲਿਟੀ। ਜਿੰਨਾ ਉਹ ਕੰਮ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ ਕਰ ਰਹੀਆਂ ਹੈ ਉਹਨੂੰ ਰਿਕਗਨਾਈਜ਼ ਕਰਦੇ ਹੋਏ ਇਹ ਦਿੱਤਾ ਗਿਆ ਹੈ, ਰਾਈਟ। ਅਗੇਨ ਅਵਾਰਡਸ ਚ ਲਿਖ ਕੇ ਰੱਖੋ, ਇਟ ਕੈਨ ਬੀ ਆਸਕਡ। ਇੰਦਰਾ ਗਾਂਧੀ ਪੀਸ ਪ੍ਰਾਈਜ਼ ਦੇ ਥੋੜਾ ਬੇਸਿਕ ਵੀ ਦੇਖ ਲਿਓ, ਅਗੇਨ ਕੁਐਸਚਨ ਕੈਨ ਬੀ ਆਸਕਡ। ਫਾਈਨਲੀ ਹੈਪੀ ਇੰਡੀਆ ਹੈਲਦੀ ਇੰਡੀਆ ਕੈਂਪੇਨ, ਰਾਈਟ। ਇਹ ਬਹੁਤ ਹੀ ਰੀਜਨਲ ਕੈਂਪੇਨ ਹੈ, ਵੈਸੇ ਕੁਐਸਚਨ ਲੈਸ ਲਾਈਕਲੀ ਹੈ, ਬਟ ਵੀ ਹੈਵ ਸੀਨ ਕਿ ਪੰਜਾਬ PCS ਨੇ ਪਹਿਲਾਂ ਵੀ ਕੇਰਲਾ ਦੀ ਪ੍ਰਤੀਕਸ਼ਾ ਐਂਬੂਲੈਂਸ ਜਾਂ ਇਸ ਟਾਈਪ ਦੇ ਕੁਐਸਚਨ ਪੁੱਛੇ ਨੇ। ਸੋ ਨਾਓ ਦਿਸ ਇਜ਼ ਆਲਸੋ ਤਮਿਲਨਾਡੂ ਦੇ ਇੱਕ ਹਸਪੀਟਲ ਐਂਡ ਦ ਹਿੰਦੂ ਜਿਹੜਾ ਨਿਊਜ਼ਪੇਪਰ ਉਹਨਾਂ ਨੇ ਮਿਲ ਕੇ ਇਨੀਸ਼ੀਏਟਿਵ ਚਲਾਇਆ, ਇਹਦੀ ਨਿਊਜ਼ ਆਈ ਸੀ ਹੈਲਦੀ ਇੰਡੀਆ ਹੈਪੀ ਇੰਡੀਆ ਕੈਂਪੇਨ। ਜਸਟ ਸਾਈਡ ਤੇ ਕਿਤੇ ਲਿਖ ਕੇ ਰੱਖੋ, ਵੈਰੀ ਲੈਸ ਲਾਈਕਲੀ ਬਟ ਕੁਐਸਚਨ ਕੈਨ ਬੀ ਆਸਕਡ। ਜਸਟ ਲਿਖ ਕੇ ਰੱਖੋ, ਇੱਕ ਵਾਰ ਰਿਵਾਈਜ਼ਨ ਚ ਯਾਦ ਰਹੇਗਾ, right? That is all about this discussion. Again, if you have any query, you want to join our batch, just contact us on this number. We'll be there to assist you in any form that you require. WhatsApp karo so that you can get appropriate time to connect with me. All the very best to you. Thank you so much for joining.